ਅਸਲਾਮ ਅਲੈਕੁਮ। ਸ਼ਾਨੀ ਜੱਟ ਵੀਲੌਗ ਆਫੀਸ਼ੀਅਲ ਚੈਨਲ ਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ, ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ, ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ, ਉਹਨਾਂ ਕੋਲ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇਸ ਚੈਨਲ ਨੂੰ ਅੱਗੇ ਸ਼ੇਅਰ ਵੀ ਕਰੋ, ਲੋਕਾਂ ਤੱਕ ਪਹੁੰਚਾਓ, WhatsApp ਗਰੁੱਪਾਂ ਤੱਕ ਪਹੁੰਚਾਓ ਅਤੇ ਜਿਹੜਾ ਘੰਟੀ ਦਾ ਨਿਸ਼ਾਨ ਹੈ ਉਹਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਨਾਜ਼ਰੀਨ, ਅੱਜ ਆਉਂਦੇ ਹਾਂ ਆਪਣੀ ਅੱਜ ਦੀਆਂ ਖਬਰਾਂ ਦੇ ਵਿੱਚ। ਅੱਜ ਬਹੁਤ ਜ਼ਬਰਦਸਤ ਕਿਸਮ ਦੀਆਂ ਖਬਰਾਂ ਨੇ। ਸਭ ਤੋਂ ਪਹਿਲੀ ਖਬਰ ਜਿਹੜੀ ਮੈਂ ਤੁਹਾਨੂੰ ਦੇਣ ਲੱਗਾ ਉਹ ਹੈਗੀ ਹੈ ਪਾਕਿਸਤਾਨ ਇਸਲਾਮਾਬਾਦ ਦੇ ਹਵਾਲੇ ਤੋਂ। ਇਸਲਾਮਾਬਾਦ ਵਿੱਚ ਬੜਾ ਵੱਡਾ ਮੇਲਾ ਸੱਜਣ ਜਾ ਰਿਹਾ ਹੈ। ਇਹ ਕੀ ਕਹਾਣੀ ਹੈ, ਇਹਦੇ ਉੱਤੇ ਗੱਲ ਕਰਾਂਗੇ। ਦੂਸਰਾ, ਅਬਨਾਏ ਹੋਮਸ ਜਿਹੜਾ ਹੈਗਾ ਉਹ ਕਦੀ ਖੁੱਲ੍ਹਦਾ ਕਦੀ ਬੰਦ ਹੁੰਦਾ ਹੈ, ਇਹਦੇ ਉੱਤੇ ਗੱਲ ਕਰਾਂਗੇ। ਤੀਸਰੀ ਖਬਰ ਹੈਗੀ ਹੈ ਕਿ ਅੱਜ ਉਹ ਜਿਹੜੇ ਮਜ਼ਹਬੀ ਸਕਾਲਰ ਹੈਗੇ ਨੇ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ, ਉਹਨਾਂ ਦੇ ਜਿਹੜੀ ਅਕੈਡਮੀ ਹੈ ਉਹਦੇ 'ਤੇ ਫਾਇਰਿੰਗ ਹੋਈ ਹੈ, ਇਹਦੇ ਉੱਤੇ ਗੁਫ਼ਤਗੂ ਕਰਨੇ ਆ। ਅਤੇ ਚੌਥੀ ਜਿਹੜੀ ਖਬਰ ਹੈਗੀ ਹੈ ਉਹ ਡੀਜ਼ਲ ਦੇ ਹਵਾਲੇ ਨਾਲ ਹੈ ਕਿ ਡੀਜ਼ਲ ਦੀ ਕੀਮਤ ਜਿਹੜੀ ਹੈ ਉਹਦੀ ਕੀਮਤ ਘੱਟ ਹੋ ਗਈ ਹੈ। ਅਤੇ ਪੰਜਵੀਂ ਖਬਰ ਜਿਹੜੀ ਹੈ ਉਹ ਦੱਸਾਂਗੇ ਤੁਹਾਨੂੰ, ਇੱਕ ਜਿਹੜਾ ਯੂਟਿਊਬਰ ਹੈਗਾ PTI ਦਾ, ਉਹਦੇ ਹਵਾਲੇ ਨਾਲ ਗੁਫ਼ਤਗੂ ਕਰਾਂਗੇ ਕਿ ਇਹਦੀ ਕੀ ਖਬਰ ਹੈਗੀ ਹੈ, ਇਹਦਾ ਕੀ ਹਿਸਾਬ ਕਿਤਾਬ ਹੈ। ਸਭ ਤੋਂ ਪਹਿਲੇ ਆਉਂਦੇ ਹਾਂ ਆਪਣੀ ਮੇਨ ਖਬਰ ਦੇ ਵਿੱਚ। ਇਸਲਾਮਾਬਾਦ ਦੇ ਵਿੱਚ ਬੜਾ ਵੱਡਾ ਮੇਲਾ ਸੱਜ ਰਿਹਾ। ਨੂਰ ਖਾਨ 에ਅਰ ਬੇਸ ਦੇ ਉੱਤੇ ਅਮਰੀਕੀ ਜਿਹੜੇ ਹਵਾਈ ਜਹਾਜ਼ ਹੈਗੇ ਨੇ ਉਹ ਕਾਰਗੋ ਦੇ, ਉਹ ਲੈਂਡ ਕੀਤੇ ਨੇ ਅਤੇ 2 ਕਾਰਗੋ ਜਹਾਜ਼ ਲੈਂਡ ਕੀਤੇ ਨੇ ਨੂਰ ਖਾਨ 에ਅਰ ਬੇਸ ਦੇ ਉੱਤੇ। ਜਨਾਬ, ਇਹ ਸਮਾਨ ਲੈ ਕੇ ਆਏ ਨੇ, ਆਪਣਾ ਸਾਰਾ ਹਿਫਾਜ਼ਤੀ ਸਮਾਨ ਜਿਹੜਾ ਹੈਗਾ ਕਿ ਜਿਹੜਾ ਵਫਦ ਹੁਣ ਆ ਰਿਹਾ ਅਮਰੀਕਾ ਤੋਂ, ਅਤੇ ਉਹਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਸਮਾਨ ਜਿਹੜਾ ਨਾ ਨੂਰ ਖਾਨ 에ਅਰ ਬੇਸ ਦੇ ਵਿੱਚ ਪਹੁੰਚਾ ਦਿੱਤਾ। ਹੁਣ ਕਹਿਣ ਵਾਲੇ ਕਹਿ ਰਹੇ ਨੇ ਕਿ ਜੀ ਕਿ 90% ਚਾਂਸ ਹੈਗਾ ਕਿ ਡੋਨਲਡ ਟਰੰਪ ਸਾਹਿਬ ਆਪ ਤਸ਼ਰੀਫ ਲੈ ਕੇ ਆਉਣ। ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਆਪ ਤਸ਼ਰੀਫ ਲੈ ਕੇ ਆਉਣ। 400 ਸਹਾਫੀ ਜਿਹੜੇ ਨੇ, ਮੀਡੀਆ ਐਕਟਿਵਿਸਟ, ਉਹਨਾਂ ਦੀ ਟੀਮ ਦੇ ਨਾਲ ਡੋਨਲਡ ਟਰੰਪ ਜਿਹੜੇ ਨੇ ਨਾ ਉਹ 90% ਚਾਂਸ ਆ ਰਹੇ ਨੇ। ਅਤੇ ਜੇ ਉਹ ਨਾ ਵੀ ਆਏ ਤਾਂ ਫਿਰ ਉਹੀ ਪੁਰਾਣੀ ਟੀਮ ਆਏਗੀ, JD ਵੈਂਸ ਦੀ, ਸਟੀਵ ਜਿਹੜਾ ਹੈਗਾ ਵਿਟਕੋਫ ਅਤੇ ਜੈਰਡ ਕੁਸ਼ਨਰ, ਠੀਕ ਹੈ। ਅਤੇ ਉੱਧਰੋਂ ਈਰਾਨ ਤੋਂ ਆ ਜਾਏਗਾ ਕਾਲੀਬਾਫ ਸਾਹਿਬ ਅਤੇ ਅਬਾਸ ਇਰਾਕਚੀ ਸਾਹਿਬ। ਅਤੇ ਜੇ ਤਾਂ ਡੋਨਲਡ ਟਰੰਪ ਆਏ ਖੁਦ, ਅਤੇ ਫਿਰ ਉੱਧਰੋਂ ਈਰਾਨ ਤੋਂ ਵੀ ਜਿਹੜਾ ਨਾ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਮਸੂਦ ਪਜ਼ਸ਼ਕਿਆਨ ਸਾਹਿਬ, ਉਹ ਆਉਣਗੇ ਇਨਸ਼ਾ ਅੱਲਾਹ ਤਾਲਾ। ਅਤੇ ਜਨਾਬ, ਕਹਿਣ ਵਾਲੇ ਕਹਿ ਰਹੇ ਨੇ, ਜਿਹੜੀ ਅੰਦਰ ਦੀ ਰਿਪੋਰਟ ਮੇਰੇ ਕੋਲ ਆਈ ਹੈ ਉਹ ਇਹੀ ਹੈ ਕਿ ਜੇ ਡੋਨਲਡ ਟਰੰਪ ਆ ਪਾਏ ਨਾ ਅਤੇ ਫਿਰ ਇਹ ਗਰੰਟਿਡ ਜਿਹੜੀ ਨੇ ਨਾ ਮੁਜ਼ਾਕਰਾਤ ਡਨ ਹੈਗੇ ਨੇ, ਕਿਉਂਕਿ ਬੈਕਡੋਰ ਚੈਨਲ ਦੇ ਵਿੱਚ ਕਾਫੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਤੈਅ ਪਾ ਚੁੱਕੀਆਂ ਨੇ ਅਤੇ ਬਸ 1-2 ਗੱਲਾਂ ਰਹਿ ਗਈਆਂ ਨੇ ਜਿਹਦੇ ਉੱਤੇ ਮੁਜ਼ਾਕਰਾਤ ਹੋਣੇ ਬਾਕੀ ਨੇ। ਮੈਂ ਤੁਹਾਨੂੰ ਹੁਣ ਮਜ਼ੀਦ ਹੋਰ ਇਹਦੇ 'ਚ ਇੱਕ ਖਬਰ ਐਡ ਕਰਦੇ ਹਾਂ ਕਿ 4 ਦਿਨ ਪਹਿਲੇ ਸਾਡੇ ਜਿਹੜੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਸਾਹਿਬ ਈਰਾਨ ਦੇ ਦੌਰੇ 'ਤੇ ਗਏ। ਮੈਂ ਤੁਹਾਨੂੰ ਇੱਕ ਗੱਲ ਦੱਸਿਆ ਅਤੇ ਬਿਲਕੁਲ ਵਾਜ਼ਿਹ ਤੌਰ 'ਤੇ ਦੱਸਣ ਲੱਗਾ ਕਿ ਜਨਾਬ, ਮੈਂ ਐਸਾ ਜਨਰਲ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੇ ਕਦੀ ਨਹੀਂ ਦੇਖਿਆ। ਪਾਕਿਸਤਾਨ ਦੀ ਤਰੀਖ ਦੇ ਵਿੱਚ ਐਸਾ ਬਹਾਦਰ, ਐਸਾ ਦਲੇਰ, ਐਸਾ ਨਿਡਰ ਜਨਰਲ ਜਿਹੜਾ ਨਾ ਅੱਜ ਤੱਕ ਪਾਕਿਸਤਾਨ ਨੇ ਪੈਦਾ ਨਹੀਂ ਕੀਤਾ। ਕਿ ਤੁਸੀਂ ਦੇਖੋ ਕਿ ਇਸ ਟਾਈਮ ਈਰਾਨ ਦੇ ਵਿੱਚ ਹਰ ਜਗ੍ਹਾ 'ਤੇ ਜਾਸੂਸ ਬੈਠੇ ਨੇ। ਈਵਨ ਕਿ ਈਰਾਨ ਦੀ ਫੌਜ ਦੇ ਜਾਸੂਸ ਨੇ, ਈਰਾਨ ਦੀ ਪਾਰਲੀਮੈਂਟ ਦੇ ਜਾਸੂਸ ਨੇ, ਜਿਹੜੇ ਇਜ਼ਰਾਈਲ ਵਾਸਤੇ ਜਾਸੂਸੀਆਂ ਕਰਦੇ ਨੇ, ਠੀਕ ਹੈ ਨਾ, ਮੁਖਬਰੀਆਂ ਕਰਦੇ ਪਏ ਨੇ। ਅਤੇ ਉਹਨਾਂ ਦੀ ਮੁਖਬਰੀਆਂ ਦੀ ਵਜ੍ਹਾ ਦੇ ਨਾਲ ਜਿਹੜੇ ਨੇ ਨਾ ਈਰਾਨ ਦੀ ਜਿਹੜੀ ਟੌਪ ਲੀਡਰ ਹੈਗੀ ਨਾ ਉਹ ਜਿਹੜੀ ਹੈ ਨਾ ਉਹ ਦੁਨੀਆ ਤੋਂ ਰੁਖਸਤ ਹੋ ਗਈ, ਠੀਕ ਹੈ। ਜਿਹਦੇ 'ਚ ਉਹਨਾਂ ਦੇ ਆਇਤੁੱਲਾ ਖਾਮਨਈ ਸਾਹਿਬ ਵੀ ਪੇਸ਼ ਹੈਗੇ ਨੇ ਅਤੇ ਉਹਨਾਂ ਦੀ ਜਿਹੜੀ ਟਾਰਗੇਟ ਕਿਲਿੰਗ ਵੀ ਜਿਹੜੀ ਹੈ ਨਾ ਉਹ ਵੀ ਇਸੇ ਤਰੀਕੇ ਨਾਲ ਹੋਈ। ਲੇਕਿਨ ਇਹਦੇ ਬਾਵਜੂਦ ਸਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਜਨਰਲ ਆਸਿਮ ਮੁਨੀਰ ਸ਼ਾਹ ਸਾਹਿਬ, ਉਹ ਈਰਾਨ ਦੇ ਦੌਰੇ 'ਤੇ ਗਏ। ਅੱਛਾ, ਇਹ ਦੌਰਾ ਸਿਰਫ ਹੈਗਾ ਸੀ ਕੁਝ ਘੰਟਿਆਂ ਦਾ, ਲੇਕਿਨ ਸਾਡੇ ਫੀਲਡ ਮਾਰਸ਼ਲ ਸਾਹਿਬ ਉੱਥੇ 3 ਦਿਨ ਰਹਿ ਕੇ ਆਏ, 2 ਦਿਨ ਅਤੇ 3 ਰਾਤਾਂ ਉੱਥੇ ਗੁਜ਼ਾਰ ਕੇ ਆਏ, ਠੀਕ ਹੈ। ਲੇਕਿਨ ਕਿਸੇ ਦੀ ਜ਼ਰੂਰਤ ਨਹੀਂ ਹੋਈ ਕਿ ਫੀਲਡ ਮਾਰਸ਼ਲ ਸਾਹਿਬ ਦੀ ਕੋਈ ਮੁਖਬਰੀ ਕਰ ਸਕੇ ਜਾਂ ਫੀਲਡ ਮਾਰਸ਼ਲ ਸਾਹਿਬ ਨੂੰ ਜਿਹੜਾ ਨਾ ਕਿ ਉਹ ਟਾਰਗੇਟ ਕਰ ਸਕੇ, ਨਾ ਇਜ਼ਰਾਈਲ ਦੀ ਅਤੇ ਨਾ ਇੰਡੀਆ ਦੀ।
ਤੇ ਨਾ ਹੀ ਉੱਥੇ ਜਿਹੜੇ ਬੈਠੇ ਜਾਸੂਸ ਹੈਗੇ ਨੇ ਉਹਨਾਂ ਦੀ ਇੰਨੀ ਜ਼ਰੂਰਤ ਹੋਈ ਕਿ ਜੀ ਉਹਨਾਂ ਦੀ ਕੋਈ ਮੁਖਬਰੀ ਦੇ ਦੇਣ ਕਿ ਉਹ ਕਿੱਥੇ ਹੈਗੇ ਨੇ, ਕਿੱਥੇ ਰਹਿ ਰਹੇ ਨੇ, ਕਿੱਥੇ ਉਹਨਾਂ ਦਾ ਕਮਰਾ, ਕੀ ਹਿਸਾਬ ਕਿਤਾਬ ਹੈਗਾ। ਠੀਕ ਹੈ, ਤੇ ਤੁਸੀਂ ਦੇਖੋ ਕਿ ਆਪਣਾ ਯਾਨੀ ਕਿ ਜਾਨ ਹਥੇਲੀ ਤੇ ਰੱਖ ਕੇ ਫੀਲਡ ਮਾਰਸ਼ਲ ਸਾਹਿਬ ਗਏ ਨੇ ਤੇ 3 ਦਿਨ ਤੇ 2 ਰਾਤਾਂ ਨਹੀਂ 2 ਦਿਨ ਤੇ 3 ਰਾਤਾਂ ਉੱਥੇ ਗੁਜ਼ਾਰ ਕੇ ਆਏ ਨੇ। ਤੇ ਉੱਥੇ ਹੀ ਬੈਠ ਕੇ ਜਿਹੜਾ ਨਾ ਉਹਨਾਂ ਨੇ ਅਮਰੀਕਾ ਦੇ ਨਾਲ ਉਹਨਾਂ ਦੀ ਮੁਜ਼ਾਕਰਾਤ ਕਰਵਾਏ ਨੇ ਟੈਲੀਫੋਨਿਕ। ਠੀਕ ਹੈ, ਤੇ ਉੱਥੇ ਹੀ ਬੈਠ ਕੇ ਫਿਰ ਅਬਨਾਏ ਹੁਰਮਜ਼ ਜਿਹੜਾ ਨਾ ਖੁਲਵਾਇਆ। ਫਿਰ ਜਦੋਂ ਫੀਲਡ ਮਾਰਸ਼ਲ ਸਾਹਿਬ ਵਾਪਸ ਪਾਕਿਸਤਾਨ ਆਏ ਨੇ ਤੇ ਆਉਂਦੇ ਹੀ ਫਿਰ ਅਬਨਾਏ ਹੁਰਮਜ਼ ਜਿਹੜਾ ਨਾ ਉਹ ਬੰਦ ਹੋ ਗਿਆ। ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਕਿ ਜਿਹੜੀ ਅਮਰੀਕੀ ਹੈਗੀ ਨਾ ਉਹਨਾਂ ਦੀ ਜਿਹੜੇ ਬਹਿਰੀ ਬੇੜੇ ਨੇ ਉਹਨਾਂ ਨੇ ਹਾਲੇ ਤੱਕ ਨਾਕਾਬੰਦੀ ਕੀਤੀ ਹੋਈ ਹੈ ਤੇ ਉਹਨਾਂ ਨੇ ਜਿਹੜਾ ਨਾ ਉੱਥੇ ਜਿਹੜੇ ਵੀ ਬਹਿਰੀ ਬੇੜੇ ਗੁਜ਼ਰ ਰਹੇ ਨੇ ਉਹਨਾਂ ਦੀ ਜਿਹੜੀ ਨਾ ਉਹ ਸ਼ਨਾਖਤ ਕਰਕੇ ਤੇ ਉਹ ਕਿਸੇ ਨੂੰ ਗੁਜ਼ਰਨ ਦਿੰਦੇ ਨੇ, ਕਿਸੇ ਨੂੰ ਨਹੀਂ ਗੁਜ਼ਰਨ ਦਿੰਦੇ। ਤੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਪੇਸ਼ ਆਇਆ ਕਿ ਇੰਡੀਆ ਦੇ ਜਿਹੜੇ ਬਹਿਰੀ ਬੇੜੇ ਗੁਜ਼ਰ ਰਹੇ ਸਨ ਤੇਲ ਲੈ ਕੇ ਤੇ ਉਹਨਾਂ ਨੂੰ ਜਿਹੜਾ ਨਾ ਮਨਾ ਕੀਤਾ ਗਿਆ। ਈਰਾਨ ਨੇ ਕਿਹਾ ਕਿ ਤੁਸੀਂ ਹਲੇ ਮਤ ਗੁਜ਼ਰੋ, ਲੇਕਿਨ ਉਹ ਨਹੀਂ ਰੁਕੇ ਤੇ ਫਿਰ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਉਹਨਾਂ ਦਾ ਕੁਝ ਜਿਹੜਾ ਨਾ ਨੁਕਸਾਨ ਵੀ ਹੋਇਆ। ਜਿਹਦਾ ਇੰਡੀਆ ਨੇ ਜਿਹੜਾ ਨਾ ਈਰਾਨ ਦੇ ਸਫਾਰਤ ਕਾਰ ਦੇ ਜਿਹੜੇ ਮੈਂਬਰ ਹੈਗੇ ਸਨ ਅਫਸਰਾਨ ਉਹਨਾਂ ਨੂੰ ਬੁਲਾ ਕੇ ਇਤਜਾਜ ਕੀਤਾ ਤੇ ਜਿਹੜੇ ਈਰਾਨੀ ਸਫਾਰਤਕਾਰ ਸੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਾ ਕੋਈ ਮਾਫੀ ਮੰਗਦੇ ਹਾਂ ਤੇ ਨਾ ਹੀ ਅਸੀਂ ਜਿਹੜਾ ਨਾ ਇਹਦੀ ਕੋਈ ਮਜ਼ੰਮਤ ਕਰਨੀ ਹੈ, ਕਿਉਂਕਿ ਤੁਹਾਨੂੰ ਪਹਿਲੇ ਵਾਰਨ ਕੀਤਾ ਗਿਆ ਸੀ ਕਿ ਜਿੰਨੀ ਦੇਰ ਤੱਕ ਹਾਲਾਤ ਕਸ਼ੀਦਾ ਨੇ ਤੁਸੀਂ ਮਤ ਗੁਜ਼ਰੋ ਤੇ ਫਿਰ ਕਿਉਂ ਆਇਓ, ਤੇ ਜੇ ਤੁਸੀਂ ਬਹੁਤ ਪ੍ਰੈਸ਼ਰ ਕਰ ਦਿਓ ਤਾਂ ਮੈਂ ਤੁਹਾਡਾ ਮੁਲਕ ਛੱਡ ਕੇ ਅਸੀਂ ਆਪਣੀ ਸਫਾਰਤਕਾਰੀ ਬੰਦ ਕਰਕੇ ਇੱਧਰੋਂ ਚਲੇ ਜਾਂਦੇ ਹਾਂ। ਠੀਕ ਹੋ ਗਿਆ, ਤੇ ਇਹ ਵਜ੍ਹਾ ਹੋਈ ਹੈ ਤੇ ਇਹ ਰੌਲਾ ਹੋਇਆ ਕਿ ਅਬਨਾਏ ਹੁਰਮਜ਼ ਜਿਹੜਾ ਸੀ ਉਹ ਪਹਿਲੇ ਖੁੱਲਿਆ ਕਿਉਂਕਿ ਜਿਹੜੇ ਮੁਜ਼ਾਕਰਾਤ ਸਨ ਉਹ ਚੱਲ ਰਹੇ ਸਨ ਤੇ ਜਦੋਂ ਅਮਰੀਕਾ ਦੀ ਹੱਟਦਰਮੀ ਦੇਖੀ ਇਰਾਨੀਆਂ ਨੇ ਤੇ ਫਿਰ ਜਿਹੜਾ ਸੀ ਉਹਨਾਂ ਨੇ ਫਿਰ ਅਬਨਾਏ ਹੁਰਮਜ਼ ਬੰਦ ਕਰ ਦਿੱਤਾ। ਤੇ ਜਦੋਂ ਅਬਨਾਏ ਹੁਰਮਜ਼ ਖੁੱਲਿਆ ਸੀ ਤੇ ਪਾਕਿਸਤਾਨ ਦੇ ਵਿੱਚ ਡੀਜ਼ਲ ਦੀ ਕੀਮਤ ਸੀ ਨਾ 32 ਰੁਪਏ ਘੱਟ ਹੋ ਗਈ। ਸਿਰਫ ਡੀਜ਼ਲ ਦੀ ਕੀਮਤ ਜਾਂ ਮਿੱਟੀ ਦੇ ਤੇਲ ਦੀ ਕੀਮਤ ਜਿਹੜੀ ਸੀ ਉਹ ਘੱਟ ਹੋਈ ਸੀ, ਲੇਕਿਨ ਪੈਟਰੋਲ ਦੀ ਕੀਮਤ ਉੱਥੇ ਦੀ ਉੱਥੇ ਹੀ ਰਹੀ ਸੀ। ਤੇ ਹਾਲੇ ਤੱਕ ਜਿਹੜਾ ਨਾ ਡੀਜ਼ਲ ਦੀ ਕੀਮਤ ਉਹੀ ਹੈ, ਯਾਨੀ ਕਿ 32 ਰੁਪਏ ਘੱਟ ਹੀ ਹੈ, ਵਧਾਈ ਨਹੀਂ ਹੈ। ਤੇ ਇਨਸ਼ਾਅੱਲਾ ਤਾਲਾ ਹੁਣ ਜਿਹੜਾ ਨਾ ਅਗਲੇ ਹਫਤੇ ਜਿਹੜਾ ਨਾ ਮੰਡੇ, ਟਿਊਜ਼ਡੇ ਜਾਂ ਵੈਨਸਡੇ ਇਹਨਾਂ 3 ਦਿਨਾਂ ਦੇ ਵਿੱਚ ਜਾਂ ਤੇ ਫਿਰ ਵੀਕਐਂਡ ਦੇ ਵਿੱਚ ਜਿਹੜਾ ਨਾ ਇਸਲਾਮਾਬਾਦ ਦੇ ਵਿੱਚ ਫਿਰ ਮੇਲਾ ਸੱਜੇਗਾ ਤੇ ਇਨਸ਼ਾਅੱਲਾ ਤਾਲਾ ਉੱਥੇ ਵੀ ਇਸਲਾਮਾਬਾਦ ਵੱਲੋਂ ਵੀ ਬੜੀ ਅੱਛੀਆਂ ਖਬਰਾਂ ਆ ਰਹੀਆਂ ਨੇ। ਉੱਥੇ ਸਿਕਿਉਰਿਟੀ ਬੜੀ ਸਖਤ ਕਰ ਦਿੱਤੀ ਹੈ, ਹੋਟਲ ਸਾਰੇ ਖਾਲੀ ਕਰਾ ਦਿੱਤੇ ਗਏ ਨੇ। ਠੀਕ ਹੈ, ਤੇ ਜਨਾਬ ਉੱਥੇ ਜਿਹੜੇ ਨੇ ਅਮਰੀਕੀ ਸਹਾਫੀ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਤੇ 1-2 ਦਿਨ ਦੇ ਵਿੱਚ ਤੁਸੀਂ ਦੇਖੋਗੇ ਕਿ ਅਮਰੀਕਾ ਦੀ ਟੀਮ ਵੀ ਜਿਹੜੀ ਨਾ ਉਹ ਪਹੁੰਚ ਰਹੀ ਹੈ, ਜਾਂ ਤੇ JD ਵੈਂਸ ਦੀ ਕਿਆਦਤ 'ਚ ਜਾਏਗੀ ਤੇ ਜਾਂ ਤੇ ਫਿਰ ਡੋਨਲਡ ਟਰੰਪ ਦੀ। ਤੁਸੀਂ ਜਿਹੜਾ ਨਾ ਬਸ ਦੇਖਦੇ ਜਾਓ ਤੇ ਕਿ ਕੀ ਹੁੰਦਾ, ਲੇਕਿਨ ਇਨਸ਼ਾਅੱਲਾ ਤਾਲਾ ਉਮੀਦ ਅੱਛੀ ਕੀਤੀ ਜਾ ਰਹੀ ਹੈ ਕਿ ਇਸ ਦਫਾ ਜਿਹੜਾ ਰਾਊਂਡ 2 ਸ਼ੁਰੂ ਹੋ ਰਿਹਾ ਨਾ ਇਹ ਫਾਈਨਲ ਹੋਏਗਾ ਤੇ ਇਹਦੇ ਵਿੱਚ ਜਿਹੜਾ ਨਾ ਇਨਸ਼ਾਅੱਲਾ ਹੋਪਫੁਲ ਜਿਹੜੇ ਨੇ ਨਾ ਉਹ ਨਤਾਇਜ ਬਰਾਮਦ ਹੋਣਗੇ। ਦੂਸਰੀ ਸਾਡੀ ਜਿਹੜੀ ਖਬਰ ਹੈਗੀ ਹੈ ਉਹ ਹੈਗੀ ਹੈ ਇੰਜੀਨੀਅਰ ਮਿਰਜ਼ਾ ਮੁਹੰਮਦ ਅਲੀ ਮਿਰਜ਼ਾ ਜਿਹੜੇ ਹੈਗੇ ਨੇ ਇਹ ਆਪਣੇ ਮਜ਼ਹਬੀ ਸਕਾਲਰ ਹੈਗੇ ਨੇ। ਇਹਨਾਂ ਦਾ ਆਪਣਾ ਇੱਕ ਮਜ਼ਹਬੀ ਰੁਝਾਨ ਹੈਗਾ। ਅੱਜ ਸੁਬਾਹ ਜੇਲਮ ਦੇ ਵਿੱਚ ਇਹਨਾਂ ਦਾ ਜਿੱਥੇ ਉਹ ਅਕੈਡਮੀ ਹੈਗੀ ਹੈ ਉੱਥੇ ਕੁਝ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਤੇ ਉਹ ਸਾਹਮਣੇ ਗ੍ਰੀਨ ਬੈਲਟ ਸੀ ਉਹਨਾਂ ਦੇ ਅਕੈਡਮੀ ਦੇ ਬਾਹਰ ਤੇ ਉੱਥੇ ਜ਼ਮੀਨ ਤੇ ਲੇਟ ਕੇ ਉਹਨਾਂ ਨੇ ਸ਼ਦੀਦ ਫਾਇਰਿੰਗ ਕੀਤੀ ਹੈ। ਤੇ ਉੱਥੇ ਡੈਫੀਨੇਟਲੀ ਜਿਹੜੀ ਪੁਲਿਸ ਦੀ ਦਫੜੀ ਸੀ ਉਹ ਵੀ ਮੌਜੂਦ ਸੀ ਉਹਨਾਂ ਦੀ ਹਿਫਾਜ਼ਤ ਤੇ, ਉਹਨਾਂ ਨੇ ਜਵਾਬੀ ਫਾਇਰਿੰਗ ਕੀਤੀ ਹੈ ਤੇ ਇੱਕ ਜਿਹੜਾ ਦਹਿਸ਼ਤਗਰਦੀ ਉਹ ਮੌਕੇ ਤੇ ਜਿਹੜਾ ਸੀ ਨਾ ਉਹ ਮਾਰਿਆ ਗਿਆ ਤੇ ਬਾਕੀ ਜਿਹੜੇ ਨੇ 2 ਫਰਾਰ ਹੋ ਗਏ ਨੇ। ਮਿਰਜ਼ਾ ਸਾਹਿਬ ਜਿਹੜੇ ਨੇ ਉਹ ਬਾਹਰ ਹਿਫਾਜ਼ਤ ਹੈਗੇ ਨੇ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਕਿਉਂਕਿ ਉਹ ਅਕੈਡਮੀ ਦੇ ਅੰਦਰ ਹੈਗੇ ਸਨ ਤੇ ਲਿਹਾਜ਼ਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਲੇਕਿਨ ਇੱਕ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹ ਜਾਣਬੁੱਝ ਕੇ ਇਸ ਤਰ੍ਹਾਂ ਦਾ ਵਾਕਿਆ ਕੀਤਾ ਗਿਆ ਕਿਉਂਕਿ ਜਿਹੜਾ ਇਸਲਾਮਾਬਾਦ ਵਿੱਚ ਮੇਲਾ ਸੱਜਣ ਜਾ ਰਿਹਾ ਉਹਨੂੰ ਜਿਹੜਾ ਨਾ ਇਹਨਾਂ ਨੇ ਉਹ ਬਣਾਉਣ ਵਾਸਤੇ ਕਿ ਜੀ ਕਿ ਹਾਲਾਤ ਇੱਥੇ ਠੀਕ ਨਹੀਂ ਹੈਗੇ ਪਾਕਿਸਤਾਨ ਦੇ ਵਿੱਚ ਤੇ ਲਿਹਾਜ਼ਾ ਇੱਥੇ ਕੋਈ ਕਿਸੇ ਕਿਸਮ ਦੇ ਕੋਈ ਮੁਜ਼ਾਕਰਾਤ ਨਹੀਂ ਹੋਣੇ ਚਾਹੀਦੇ। ਬਹਰਹਾਲ ਏਜੰਸੀਆਂ ਜਿਹੜੀਆਂ ਨੇ ਉਹ ਪਿੱਛੇ ਪਈਆਂ ਨੇ, ਉਹ ਫਾਈਂਡ ਆਊਟ ਕਰ ਰਹੀਆਂ ਨੇ ਕਿ ਇਹ ਕੌਣ ਲੋਕ ਸਨ, ਕਿਹਨਾਂ ਨੇ ਇਸ ਤਰ੍ਹਾਂ ਜਿਹੜਾ ਨਾ ਇਹ ਹਰਕਤ ਕੀਤੀ ਹੈ। ਤੇ ਇਨਸ਼ਾਅੱਲਾ ਤਾਲਾ ਤੁਹਾਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਨਾ ਤੁਹਾਨੂੰ ਕੋਈ ਇੱਕ ਮੁਸਬਤ ਜਿਹੜੀ ਨਾ ਖਬਰ ਸੁਣਨ ਨੂੰ ਮਿਲੇਗੀ। ਜਨਾਬੇ ਅਲੀ ਇੱਕ ਹੋਰ ਖਬਰ ਤੁਹਾਡੇ ਅੱਗੇ ਗੋਸ਼ੇਗੁਜ਼ਾਰ ਕਰਨੀ ਸੀ ਕਿ ਇੱਕ PTI ਦਾ ਯੂਟਿਊਬਰ ਹੈਗਾ ਜਿਹਦਾ ਨਾਮ ਸੈਯਦ ਜ਼ੀਸ਼ਾਨ ਅਜ਼ੀਜ਼ ਹੈਗਾ। ਠੀਕ ਹੈ,
ਹੁਣ ਤੁਸੀਂ ਇਹ ਦੇਖੋ ਕਿ ਇਹ ਆਪਣੇ ਆਪ ਨੂੰ ਕਹਿੰਦਾ ਕਿ ਜੀ ਕਿ ਮੈਂ ਬੜਾ ਜੂਨੀਅਰ ਸਹਾਫੀ ਹੈਗਾ, ਆਪਣੇ ਆਪ ਨੂੰ ਸਹਾਫੀ ਕਹਿੰਦਾ, ਹਾਲਾਂਕਿ ਸਹਾਫਤ ਦਾ ਇਹਨੂੰ ਅਲੀ ਬੇ ਦਾ ਵੀ ਨਹੀਂ ਪਤਾ। ਉਹ ਤੇ ਕੀ ਨਾਂ ਲਈਦਾ ਮਨਸੂਰ ਅਲੀ ਖਾਨ ਸਾਹਿਬ ਹੈਗੇ ਨੇ, ਜਿਹੜੇ ਕਿ ਬੜੇ ਹੀ ਨਾਮਵਰ ਸਹਾਫੀ ਨੇ, ਆਪਣਾ YouTube ਚੈਨਲ ਵੀ ਚਲਾਉਂਦੇ ਨੇ ਅਤੇ ਨਾਲੇ TV ਚੈਨਲ ਦੇ ਉੱਤੇ ਵੀ ਆਪਣਾ ਇੱਕ ਪ੍ਰੋਗਰਾਮ ਕਰਦੇ ਨੇ, ਅਤੇ ਬੜੇ ਨਾਮਵਰ ਸਹਾਫੀ ਹੈਗੇ ਨੇ ਅਤੇ ਬਹੁਤ ਹੀ ਜ਼ਿਆਦਾ ਯਾਨੀ ਕਿ ਅੱਛੀਆਂ ਖਬਰਾਂ ਦਿੰਦੇ ਨੇ। ਅਤੇ ਉਹਨਾਂ ਦੀ ਵਜ੍ਹਾ ਨਾਲ ਇਹ ਬੰਦਾ ਜਿਹੜਾ ਨਾ ਬਹੁਤ ਜ਼ਿਆਦਾ ਹਿੱਟ ਹੋ ਗਿਆ, ਕਿਉਂਕਿ ਉਹ ਇਹਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਅਤੇ ਕੋਈ ਆਪਣਾ ਤਜ਼ੀਆ ਵਗੈਰਾ ਕਰਾਉਂਦੇ ਨੇ। ਅੱਛਾ, ਹੁਣ ਇਹਦੀ ਤੁਸੀਂ ਹਰਕਤ ਚੈੱਕ ਕਰੋ ਕਿ ਇਹ ਜਨਾਬ ਆਪਣਾ ਇੰਟਰਵਿਊ ਕਰਨ ਚਲਾ ਗਿਆ ਹਸਨ ਮੁਰਤਜ਼ਾ ਸਾਹਿਬ ਦੇ ਘਰ। ਹਸਨ ਮੁਰਤਜ਼ਾ ਸਾਹਿਬ ਪੀਪਲ ਪਾਰਟੀ ਦੇ ਮੈਂਬਰ ਹੈਗੇ ਨੇ, ਪੰਜਾਬ ਅਸੈਂਬਲੀ ਤੋਂ ਉਹ ਮੇਰਾ ਖਿਆਲ 3-4 ਵਾਰੀ ਇਲੈਕਸ਼ਨ ਜਿੱਤ ਕੇ ਉਹ ਪੰਜਾਬ ਅਸੈਂਬਲੀ ਪਹੁੰਚੇ ਨੇ, ਲੇਕਿਨ ਇਸ ਦਫਾ ਇਲੈਕਸ਼ਨ ਹਾਰ ਗਏ ਨੇ। ਇਹ ਹਾਰੇ ਨਹੀਂ, ਉਹਨਾਂ ਨੂੰ ਹਰਾਇਆ ਗਿਆ, ਉਹ ਇੱਕ ਡਿਫਰੈਂਟ ਸਟੋਰੀ ਹੈ, ਲੇਕਿਨ ਉਹ ਇਸ ਦਫਾ ਜਿਹੜੇ ਨੇ ਨਾ ਉਹ ਪੰਜਾਬ ਅਸੈਂਬਲੀ ਦੇ ਮੈਂਬਰ ਇਲੈਕਟ ਨਹੀਂ ਹੋਏ। ਅਤੇ ਹਸਨ ਮੁਰਤਜ਼ਾ ਸਾਹਿਬ ਦਾ ਇੰਟਰਵਿਊ ਕਰਨ ਉਹਨਾਂ ਦੇ ਘਰ ਚਲਾ ਗਿਆ। ਹੁਣ ਉੱਥੇ ਕੀ ਕਹਿੰਦਾ ਕਿ ਜੀ ਕਿ ਤੁਹਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਬਿਲਾਵਲ ਭੁੱਟੋ ਸਾਹਿਬ, ਉਹ ਵਜ਼ੀਰ ਖਾਰਜਾ ਹੈਗੇ ਨੇ, ਅਤੇ ਉਹਨਾਂ ਦੀ ਜਿਹੜੀ ਨਾ ਜਿਹੜੀ ਵਜ਼ਾਰਤ ਹੈਗੀ ਹੈ ਉਹ ਕੋਈ ਐਸਾ ਕੰਮ ਨਹੀਂ ਕਰੀ ਕਿ ਜਿਹਦੇ 'ਤੇ ਸਾਨੂੰ ਫਖਰ ਕੀਤਾ ਜਾਏ। ਅਤੇ ਉਹਦੇ 'ਤੇ ਹਸਨ ਮੁਰਤਜ਼ਾ ਸਾਹਿਬ ਨੇ ਕਿਹਾ ਕਿ ਤੁਸੀਂ ਗਲਤ ਕਹਿ ਰਹੇ ਹੋ, ਬਿਲਾਵਲ ਭੁੱਟੋ ਸਾਹਿਬ ਜਿਹੜੇ ਨੇ ਉਹ ਵਜ਼ੀਰ ਖਾਰਜਾ ਨਹੀਂ ਹੈਗੇ, ਲੇਕਿਨ ਉਹ ਆਪਣੀ ਗੱਲ 'ਤੇ ਕਾਇਮ ਸੀ, ਕਹਿੰਦਾ ਸਾਡੇ ਕੋਲ ਜਿੱਥੋਂ ਤੱਕ ਖਬਰਾਂ ਨੇ ਵਜ਼ੀਰ ਖਾਰਜਾ ਉਹ ਹੈਗਾ। ਉਹ ਬਾਰ-ਬਾਰ ਕਹੇ ਹਸਨ ਮੁਰਤਜ਼ਾ ਸਾਹਿਬ ਕਿ ਭਾਈ ਉਹ ਜਿਹੜਾ ਨਾ ਕਿ ਵਜ਼ੀਰ ਖਾਰਜਾ ਨਹੀਂ ਹੈ, ਉਹ ਸਿਰਫ ਚੇਅਰਮੈਨ ਪੀਪਲ ਪਾਰਟੀ ਹੈ ਅਤੇ ਵਜ਼ਾਰਤ ਖਾਰਜਾ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ। ਲੇਕਿਨ ਦਿਸ਼ਾਨ ਸਾਹਿਬ ਕਹਿਣਗੇ ਨਹੀਂ ਜੀ ਨਹੀਂ, ਸਾਡੇ ਕੋਲ ਤਾਂ ਪੱਕੀਆਂ ਖਬਰਾਂ ਨੇ। ਅਤੇ ਬਾਅਦ ਵਿੱਚ ਉਹ ਫਿਰ ਜਦੋਂ ਹੁਣ ਉਹਨੂੰ ਕਿਸੇ ਨੇ ਦੱਸਿਆ ਕਿ ਜਨਾਬ ਵਜ਼ੀਰ ਖਾਰਜਾ ਜਿਹੜੇ ਨੇ ਉਹ ਇਸਹਾਕ ਡਾਰ ਸਾਹਿਬ ਨੇ। ਫਰਵਰੀ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਨੂੰ ਅਤੇ ਪੂਰੀ ਦੁਨੀਆ ਦੇ ਬੱਚੇ ਤੱਕ ਨੂੰ ਪਤਾ ਚੱਲ ਗਿਆ ਕਿ ਪਾਕਿਸਤਾਨ ਦਾ ਜਿਹੜਾ ਵਜ਼ੀਰ ਖਾਰਜਾ ਹੈ ਉਹ ਇਸਹਾਕ ਡਾਰ ਹੈ। ਅਤੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਪਾਕਿਸਤਾਨ 'ਚ ਰਹਿੰਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਸਹਾਫੀ ਕਹਿੰਦੇ ਹੋ, ਅਤੇ ਤੁਸੀਂ ਜਿਹੜਾ ਕਿ ਇਹ ਨਹੀਂ ਜਾਣਦੇ ਕਿ ਤੁਹਾਡਾ ਵਜ਼ੀਰ ਖਾਰਜਾ ਕੌਣ ਹੈ। ਅਤੇ ਬਹਰਹਾਲ ਉਹਦੇ 'ਤੇ ਉਹ ਜਿਹੜਾ ਨਾ ਸ਼ਰਮਿੰਦਾ ਤਾਂ ਨਹੀਂ ਹੋਇਆ, ਲੇਕਿਨ ਬਸ ਜ਼ਿੱਦ ਕਰਦਾ ਰਿਹਾ ਉਹਦੇ ਨਾਲ। ਸਿਰਫ ਤੁਹਾਨੂੰ ਇੰਨਾ ਦੱਸਣਾ ਸੀ ਕਿ ਤੁਸੀਂ ਇਹ ਦੇਖੋ, ਇਹ ਜਿੰਨੇ ਵੀ ਯੂਟਿਊਬਰ ਹੈਗੇ ਨੇ, ਠੀਕ ਹੈ, ਯੂਟਿਊਬਰ ਸਹਾਫੀ ਹੈ PTI ਦੇ ਜਿੰਨੇ ਵੀ ਹੈਗੇ ਨੇ, ਜਿਹਦੇ 'ਚ ਇਮਰਾਨ ਰਿਆਜ਼ ਖਾਨ ਹੈਗਾ, ਆਫਤਾਬ ਇਕਬਾਲ ਹੈਗਾ, ਸ਼ਹਜ਼ਾਦ ਅਕਬਰ ਹੈਗਾ, ਸਾਬਰ ਸ਼ਾਕਰ ਹੈਗਾ, ਸ਼ਹਬਾਜ਼ ਗੁੱਲ ਹੈਗਾ, ਇਹ ਇੱਕ ਹੋਰ ਨਵਾਂ ਚੂਚਾ ਆ ਗਿਆ, ਠੀਕ ਹੈ, ਸੈਯਦ ਜ਼ੀਸ਼ਾਨ ਅਜ਼ੀਜ਼। ਹੁਣ ਸੈਯਦ ਜ਼ੀਸ਼ਾਨ ਅਜ਼ੀਜ਼, ਮੋਈਦ ਪੀਰਜ਼ਾਦਾ, ਠੀਕ ਹੈ, ਆਦਿਲ ਰਾਜਾ, ਸ਼ਹੀਨ ਸਬਾਈ ਵਗੈਰਾ, ਇਹ ਜਿੰਨੇ ਵੀ ਨੇ ਤੁਸੀਂ ਇਹ ਦੇਖੋ ਕਿ ਕਿੰਨੀਆਂ ਝੂਠੀਆਂ ਖਬਰਾਂ ਫੈਲਾਉਂਦੇ ਨੇ, ਕਿੰਨੀ ਗੁੰਮਰਾਹੀ ਫੈਲਾਉਂਦੇ ਨੇ, ਲੇਕਿਨ ਜਿਹੜੇ PTI ਦੇ ਫਾਲੋਅਰ ਹੈਗੇ ਨੇ, ਇਮਰਾਨ ਦੇ ਜਿਹੜੇ ਫੈਨ ਲਵਰ ਹੈਗੇ ਨੇ, ਉਹ ਦੇਖੋ ਇਹਨਾਂ ਦੇ ਝੂਠ 'ਤੇ ਕਿੰਨਾ ਅੰਧਾ ਯਕੀਨ ਕਰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਇਸ ਬੰਦੇ ਦੀ, ਇਹ ਜਿਹੜਾ ਸੈਯਦ ਜ਼ੀਸ਼ਾਨ ਅਜ਼ੀਜ਼ ਹੈ, ਇਹਦੇ ਟਵਿੱਟਰ ਦੇ ਵਿੱਚ ਜਿੰਨੇ ਫਾਲੋਅਰ ਹੈਗੇ ਨੇ ਨਾ ਉਹ 1.8 ਮਿਲੀਅਨ ਹੈਗੇ ਨੇ, 1.8 ਮਿਲੀਅਨ ਫਾਲੋਅਰ ਹੈਗੇ ਨੇ ਟਵਿੱਟਰ ਦੇ ਵਿੱਚ। ਅਤੇ ਇਹ ਕਿੰਨੇ ਲੋਕਾਂ ਨੂੰ ਫਾਲੋ ਕਰ ਰਿਹਾ? 8 ਲੋਕਾਂ ਨੂੰ। 8 ਲੋਕਾਂ ਨੂੰ ਇਹ ਫਾਲੋ ਕਰ ਰਿਹਾ। ਇਹ ਤੁਸੀਂ ਹਿਸਾਬ ਲਾਓ ਕਿ ਆਪਣੇ ਆਪ ਨੂੰ ਕਿੱਡੀ ਤੋਪ ਚੀਜ਼ ਸਮਝ ਰਿਹਾ। 1.8 ਲੋਕ ਜਿਹੜੇ ਨੇ, 1.8 ਮਿਲੀਅਨ ਲੋਕ ਉਹ ਇਹਨੂੰ ਫਾਲੋ ਕਰਦੇ ਨੇ, ਲੇਕਿਨ ਇਹ ਸਿਰਫ 8 ਲੋਕਾਂ ਨੂੰ ਫਾਲੋ ਕਰਦੇ ਆ। ਹੁਣ ਉਹ 8 ਲੋਕ ਵੀ ਕੋਈ ਮਸ਼ਹੂਰ ਹੀ ਹੋਣਗੇ, ਕੋਈ ਨਾਮੀ ਗ੍ਰਾਮੀ ਹੋਣਗੇ, ਲੱਲੂ ਪੰਜੂ ਥੋੜ੍ਹੀ ਹੋਣਗੇ, ਠੀਕ ਹੈ, ਲੇਕਿਨ ਤੁਸੀਂ ਇਹ ਹਿਸਾਬ ਲਾਓ ਕਿ ਇਹ ਹੁਣ ਤੋਂ ਹੀ ਜਿਹੜਾ ਨਾ ਆਪਣੇ ਆਪ ਨੂੰ ਕੋਈ ਬਹੁਤ ਵੱਡੀ ਕੋਈ ਤੋਪ ਚੀਜ਼ ਸਮਝਦਾ ਕਿ ਲੋ ਜੀ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਕੋਈ ਨਹੀਂ ਹੈਗਾ, ਸਮਝ ਆ ਰਹੀ। ਲੇਕਿਨ ਸਿਰਫ ਤੁਹਾਨੂੰ ਇੰਨਾ ਦੱਸਣਾ ਸੀ ਕਿ ਇੱਥੇ ਸਿਵਾਏ ਝੂਠ ਦੇ ਹੋਰ ਕੁਛ ਨਹੀਂ ਹੈਗਾ। PTI ਜਿਹੜੀ ਹੈਗੀ ਨਾ ਝੂਠੀ ਮੰਡੀ ਹੈ, ਇੱਥੇ ਸਿਵਾਏ ਝੂਠ ਦੇ ਹੋਰ ਕੁਛ ਨਹੀਂ ਵਿਕਦਾ ਹੈਗਾ ਜੀ। ਅਤੇ ਤੁਸੀਂ ਇਹ ਹਿਸਾਬ ਲਾਓ ਕਿ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਦਾ ਵਜ਼ੀਰ ਖਾਰਜਾ ਕੌਣ ਹੈਗਾ ਅਤੇ ਉਹ ਆਪਣੇ ਆਪ ਨੂੰ ਸਹਾਫੀ ਕਹਿੰਦਾ। ਲੇਕਿਨ ਸਾਡੇ ਵੀ ਜਿਹੜੇ ਸਿਆਸਤਦਾਨ ਹੈਗੇ ਨੇ, ਜਿਹੜੇ ਉਹਨਾਂ ਨੂੰ ਵੀ ਚਾਹੀਦਾ ਕਿ ਐਸੇ ਲੋਕਾਂ ਨੂੰ ਇੰਟਰਵਿਊ ਦਿਆ ਕਰਨ ਜਿਹੜੇ ਕੋਈ ਨਾਮਵਰ ਸਹਾਫੀ ਹੋਣ, ਜਿਹਨਾਂ ਦੀ ਕੋਈ ਅੱਛੀ ਜਾਣ ਪਹਿਚਾਣ ਹੋਏ, ਰਿਨਾਊਂਡ ਪਰਸਨੈਲਿਟੀ ਹੋਣ। ਇਹ ਉਸ ਬੰਦਿਆਂ ਨੂੰ ਦੇ ਦਿੰਦੇ ਨੇ। ਹੁਣ ਇਹ ਜਿਹੜਾ ਜ਼ੀਸ਼ਾਨ ਹੈਗਾ, ਇਹ ਜਨਾਬ ਇੱਥੇ ਯਾਨੀ ਕਿ PTI ਦਾ ਝੰਡਾ ਫੜਨ ਤੋਂ ਪਹਿਲੇ ਜਾਂ ਜਰਨਲਿਸਟ ਬਣਨ ਤੋਂ ਪਹਿਲੇ
ਇਹ ਕੋਈ ਐਸਾ ਪ੍ਰੋਗਰਾਮ ਕਰਦਾ ਹੁੰਦਾ ਸੀ ਕਿ ਵਾਸ਼ਰੂਮ ਦੀਆਂ ਟਾਈਲਾਂ, ਟੋਇਲਟ, ਕੰਬੋਰਡ ਵਗੈਰਾ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦਾ ਸੀ ਕਿ ਜੀ ਕਿ ਤੁਸੀਂ ਕਿਹੜਾ ਡਿਟਰਜੈਂਟ ਇਸਤੇਮਾਲ ਕਰੋ, ਕਿਹੜਾ ਤੁਸੀਂ ਜਿਹੜਾ ਨਾ ਕਿ ਕਿ ਉਹਨੂੰ ਕੀ ਕਹਿੰਦੇ ਨੇ ਯਾਰ, ਉਹ ਫਲਸ਼ ਦੇ ਵਿੱਚ ਇਸਤੇਮਾਲ ਨਹੀਂ ਕਰਦੇ ਕਿ ਫਲਸ਼ ਨੂੰ ਕਿਸ ਤਰ੍ਹਾਂ ਸਾਫ਼ ਕਰਨਾ, ਮੇਨਟੇਨ, ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦਾ ਹੁੰਦਾ ਸੀ। ਫਿਰ ਇਹਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਭਾਈ ਤੂੰ ਇੱਧਰ ਆਈ ਆ ਅਤੇ ਇੱਥੇ ਦੇਖ ਤੈਨੂੰ ਕਿਸ ਤਰ੍ਹਾਂ ਜਿਹੜਾ ਨਾ ਲਾਈਕਸ ਮਿਲਣਗੀਆਂ, ਕਿਸ ਤਰ੍ਹਾਂ ਤੂੰ ਬਸ ਝੂਠ ਬੋਲਣਾ ਅਤੇ ਹੋਰ ਕੁਛ ਨਹੀਂ ਕਰਨਾ। ਅਤੇ ਦੇਖ ਲਓ ਇਹਨੇ ਜਦੋਂ ਦੀ ਇਹ ਝੂਠ ਬੋਲਣ ਦੀ ਲਾਈਨ ਫੜੀ ਹੈ ਅਤੇ ਜਿਹੜੇ PTI ਦੀ ਫੈਨ ਫੋਲੋਇੰਗ ਹੈਗੀ ਹੈ ਉਹ ਇਹਨੂੰ ਚੁੱਕ ਕੇ ਕਿੱਥੇ ਦੀ ਕਿੱਥੇ ਲੈ ਗਏ ਨੇ। 1.8 ਮਿਲੀਅਨ ਜਿਹੜੇ ਨੇ ਨਾ ਉਹ ਸਾਰੇ ਦੇ ਸਾਰੇ ਉਹੀ ਨੇ ਜਿਹੜੇ ਝੂਠ ਸੁਣਨਾ ਪਸੰਦ ਕਰਦੇ ਨੇ। ਜਨਾਬ ਇਹ ਅੱਜ ਦੀਆਂ ਖਬਰਾਂ ਹੈਗੀਆਂ ਸਨ ਜਿਹੜੀਆਂ ਮੈਂ ਤੁਹਾਡੇ ਅੱਗੇ ਗੋਸ਼ੇਗੁਜ਼ਾਰ ਕਰ ਦਿੱਤੀਆਂ। ਤੁਹਾਡੇ ਨਾਲ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਘੰਟੀ ਦੇ ਨਿਸ਼ਾਨ ਦਬਾਓ ਤਾਂ ਕਿ ਮੇਰਾ ਵੀਲੌਗ ਤੁਹਾਡੇ ਤੱਕ ਬਰ ਵਕਤ ਪਹੁੰਚ ਸਕੇ। ਅਤੇ ਜਿੱਥੋਂ ਤੱਕ ਮੇਰੇ ਕੋਲ ਮਾਲੂਮਾਤ ਸਨ ਉਹ ਮੈਂ ਤੁਹਾਡੇ ਅੱਗੇ ਗੋਸ਼ੇਗੁਜ਼ਾਰ ਕਰ ਦਿੱਤੀਆਂ। ਆਪਣਾ ਕਮੈਂਟ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ਇਖਤਤਾਮ ਕਰਨਾ ਕਿ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।